ਇੱਕ ਸਾਧੂ ਅਤੇ ਉਸ ਦਾ ਚੇਲਾ ਜੰਗਲ ਵਿੱਚ ਕੁਟੀਆ ਬਣਾ ਕੇ ਰਹਿੰਦੇ ਸਨ। ਸਾਧੂ ਹੁਣ ਕਾਫੀ ਬੁੱਢਾ ਹੋ ਗਿਆ ਸੀ, ਪਰ ਉਹਨਾਂ ਦਾ ਚੇਲਾ ਅਜੇ ਜਵਾਨ ਸੀ। ਉਹ ਬੁੱਢਾ ਸਾਧੂ ਬਹੁਤ ਜ਼ਿਆਦਾ ਧਿਆਨ ਕਰਦਾ ਸੀ। ਜਦੋਂ ਉਹ ਸਮਾਧੀ ਲਾ ਕੇ ਧਿਆਨ ਦੀ ਅਵਸਥਾ ਵਿੱਚ ਬੈਠ ਜਾਂਦਾ ਤਾਂ 2-2 ਦਿਨ ਤੱਕ ਧਿਆਨ ਕਰਦਾ ਰਹਿੰਦਾ ਸੀ। ਉਸ ਸਾਧੂ ਕੋਲ ਇੱਕ ਬਹੁਤ ਜ਼ਿਆਦਾ ਅਨੋਖੀ ਸ਼ਕਤੀ ਸੀ ਕਿ ਉਹ ਧਿਆਨ ਦੀ ਅਵਸਥਾ ਵਿੱਚ ਭਵਿੱਖ ਨੂੰ ਵੀ ਦੇਖ ਸਕਦਾ ਸੀ। ਇੱਕ ਦਿਨ ਜਦੋਂ ਉਹ ਧਿਆਨ ਕਰ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਅੱਜ ਤੋਂ 8ਵੇਂ ਦਿਨ ਉਸ ਦੇ ਇਸ ਚੇਲੇ ਦੀ ਮੌਤ ਹੋ ਜਾਵੇਗੀ। ਉਸਨੇ ਆਪਣੇ ਚੇਲੇ ਨੂੰ ਆਪਣੇ ਕੋਲ ਬੁਲਾ ਕੇ ਕਿਹਾ, ਮੈਂ ਤੈਨੂੰ ਅਗਲੇ 7 ਦਿਨਾਂ ਲਈ ਛੁੱਟੀ ਦਿੰਦਾ ਹਾਂ। ਤੂੰ ਇਹ 7 ਦਿਨਾਂ ਲਈ ਆਪਣੇ ਘਰ ਜਾ ਸਕਦਾ ਹੈ। ਚੇਲੇ ਨੇ ਬਹੁਤ ਖੁਸ਼ ਹੋ ਕੇ ਕਿਹਾ, ਕੀ ਇਹ ਸੱਚ ਹੈ ਗੁਰੂ ਜੀ? ਗੁਰੂ ਨੇ ਕਿਹਾ, ਹਾਂ। ਚੇਲੇ ਨੇ ਕਿਹਾ, ਪਿਛਲੇ ਕਈ ਦਿਨਾਂ ਤੋਂ ਮੇਰਾ ਆਪਣੇ ਘਰਦਿਆਂ ਨੂੰ ਮਿਲਣ ਨੂੰ ਬਹੁਤ ਜੀ ਕਰ ਰਿਹਾ ਸੀ। ਗੁਰੂ ਨੇ ਕਿਹਾ, ਠੀਕ ਹੈ, ਹੁਣ ਤੂੰ ਜਾ ਸਕਦਾ ਹੈ, ਪਰ ਯਾਦ ਰੱਖੀ 8ਵੇਂ ਦਿਨ ਦੀ ਸ਼ਾਮ ਤੱਕ ਤੂੰ ਇੱਥੇ ਵਾਪਸ ਪਹੁੰਚਣਾ ਹੈ। ਚੇਲੇ ਨੇ ਹਾਂ ਵਿੱਚ ਸਿਰ ਹਿਲਾਉਂਦੇ ਕਿਹਾ, ਠੀਕ ਹੈ ਗੁਰੂ ਜੀ, ਮੈਂ ਪਹੁੰਚ ਜਾਵਾਂਗਾ, ਪਰ ਤੁਸੀਂ ਆਪਣਾ ਖਿਆਲ ਰੱਖਿਓ। ਤੁਸੀਂ ਹੁਣ ਬੁੱਢੇ ਹੋ ਗਏ ਹੋ, ਇਸ ਲਈ ਆਸ਼ਰਮ ਦਾ ਕੋਈ ਵੀ ਕੰਮ ਹੋਇਆ ਤਾਂ ਮੇਰੇ ਲਈ ਛੱਡ ਦਿਓ, ਮੈਂ ਵਾਪਸ ਆਉਂਦੇ ਹੀ ਕੰਮ ਕਰ ਦੇਵਾਂਗਾ। ਇਸ ਤੋਂ ਬਾਅਦ ਚੇਲਾ ਗੁਰੂ ਦਾ ਆਸ਼ੀਰਵਾਦ ਲੈ ਕੇ ਪਹਾੜੀ ਤੋਂ ਹੇਠਾਂ ਉਤਰ ਗਿਆ, ਬਿਨਾਂ ਇਹ ਦੇਖੇ ਕਿ ਗੁਰੂ ਦੀਆਂ ਅੱਖਾਂ ਵਿੱਚ ਆਪਣੇ ਚੇਲੇ ਨੂੰ ਗਵਾਉਣ ਦਾ ਦਰਦ ਸੀ। ਚੇਲੇ ਦੇ ਪਿੰਡ ਵਾਲੇ ਰਾਸਤੇ ਵਿਚਕਾਰ ਇੱਕ ਨਦੀ ਆਉਂਦੀ ਸੀ। ਉਸ ਨਦੀ ਦੇ ਕਿਨਾਰੇ ਕੀੜੀਆਂ ਦਾ ਇੱਕ ਭੌਣ ਸੀ, ਜਿੱਥੇ ਲੱਖਾਂ ਕੀੜੀਆਂ ਸਨ। ਉਹਨਾਂ ਵਿੱਚੋਂ ਕੁਝ ਕੀੜੀਆਂ ਭੌਣ ਦੇ ਵਿੱਚ ਜਾ ਰਹੀਆਂ ਸਨ ਤੇ ਕੁਝ ਬਾਹਰ ਆ ਰਹੀਆਂ ਸਨ, ਜਿਨ੍ਹਾਂ ਵਿੱਚੋਂ ਕੁਝ ਕੀੜੀਆਂ ਆਪਸ ਵਿੱਚ ਟਕਰਾ ਜਾਂਦੀਆਂ ਤੇ ਫਿਰ ਆਪਣਾ ਰਾਸਤਾ ਬਦਲ ਲੈਂਦੀਆਂ। ਇਹ ਦੇਖ ਕੇ ਉਸ ਚੇਲੇ ਨੂੰ ਬਹੁਤ ਆਨੰਦ ਆ ਰਿਹਾ ਸੀ। ਉਹ ਕਾਫੀ ਸਮੇਂ ਤੱਕ ਉੱਥੇ ਖੜ ਕੇ ਇਹਨਾਂ ਨੂੰ ਦੇਖਦਾ ਰਿਹਾ। ਫਿਰ ਅਚਾਨਕ ਉਸ ਦਾ ਧਿਆਨ ਨਦੀ ਦੇ ਵੱਲ ਗਿਆ। ਉਸਨੇ ਦੇਖਿਆ ਕਿ ਨਦੀ ਦਾ ਪਾਣੀ ਹੌਲੀ-ਹੌਲੀ ਵਧ ਰਿਹਾ ਹੈ। ਇਸ ਤੋਂ ਉੱਠਣ ਵਾਲੀਆਂ ਲਹਿਰਾਂ ਕੀੜੀਆਂ ਦੇ ਭੌਣ ਤੱਕ ਪਹੁੰਚ ਸਕਦੀਆਂ ਹਨ, ਜਿਸ ਦੇ ਕਾਰਨ ਇਹ ਲੱਖਾਂ ਕੀੜੀਆਂ ਬੇਵਜ੍ਹਾ ਮਰ ਜਾਣਗੀਆਂ। ਇਹ ਸੋਚ ਕੇ ਉਸਨੇ ਤੁਰੰਤ ਹੀ ਆਪਣੇ ਉੱਪਰ ਵਾਲੇ ਕੱਪੜੇ ਉਤਾਰੇ ਅਤੇ ਉਸ ਵਿੱਚ ਮਿੱਟੀ ਭਰ ਕੇ ਕੀੜੀਆਂ ਦੇ ਭੌਣ ਦੇ ਚਾਰੇ ਪਾਸੇ ਇੱਕ ਘੇਰਾ ਜਿਹਾ ਬਣਾ ਦਿੱਤਾ। ਨਾਲ ਹੀ ਉਸਨੇ ਬੜੇ ਵਧੀਆ ਢੰਗ ਨਾਲ ਮਿੱਟੀ ਨੂੰ ਪੱਟ ਕੇ ਇੱਕ ਛੋਟੀ ਜਿਹੀ ਨਾਲੀ ਬਣਾ ਦਿੱਤੀ, ਤਾਂ ਕਿ ਲਹਿਰਾਂ ਨਾਲ ਆਉਣ ਵਾਲਾ ਪਾਣੀ ਨਾਲੀ ਦੇ ਰਾਹੀਂ ਵਾਪਸ ਨਦੀ ਵਿੱਚ ਚਲਾ ਜਾਵੇ। ਇਸ ਤੋਂ ਬਾਅਦ ਉਹ ਨਦੀ ਪਾਰ ਕਰਕੇ ਆਪਣੇ ਘਰ ਚਲਾ ਗਿਆ। ਘਰ ਪਹੁੰਚਣ ਤੋਂ ਬਾਅਦ ਉਸ ਦੇ 8 ਦਿਨ ਕਦੋਂ ਲੰਘ ਗਏ ਉਸ ਨੂੰ ਪਤਾ ਹੀ ਨਾ ਲੱਗਾ। 8ਵੇਂ ਦਿਨ ਉਸ ਨੂੰ ਯਾਦ ਆਇਆ ਕਿ ਅੱਜ ਸ਼ਾਮ ਤੱਕ ਤਾਂ ਗੁਰੂ ਨੇ ਆਸ਼ਰਮ ਵਿੱਚ ਵਾਪਸ ਆਉਣ ਦਾ ਆਦੇਸ਼ ਦਿੱਤਾ ਸੀ। ਉਸਨੇ ਉਸ ਰਾਤ ਹੀ ਅਗਲੀ ਸਵੇਰ ਆਸ਼ਰਮ ਜਾਣ ਲਈ ਸਾਰੀ ਤਿਆਰੀ ਕਰ ਲਈ। ਸਵੇਰ ਹੁੰਦੇ ਹੀ ਉਹ ਆਸ਼ਰਮ ਲਈ ਚੱਲ ਪਿਆ। ਉਸ ਨੂੰ ਉਮੀਦ ਸੀ ਕਿ ਉਹ ਸ਼ਾਮ ਹੋਣ ਤੋਂ ਪਹਿਲਾਂ ਆਸ਼ਰਮ ਵਿੱਚ ਵਾਪਸ ਪਹੁੰਚ ਜਾਵੇਗਾ। ਸ਼ਾਮ ਹੋ ਗਈ ਸੀ। ਗੁਰੂ ਜੀ ਆਸ਼ਰਮ ਵਿੱਚ ਬੈਠੇ ਸੋਚ ਰਹੇ ਸਨ ਕਿ ਅੱਜ ਤਾਂ 9ਵਾਂ ਦਿਨ ਹੈ, ਹੁਣ ਤੱਕ ਤਾਂ ਮੇਰਾ ਚੇਲਾ ਇਸ ਦੁਨੀਆ ਨੂੰ ਛੱਡ ਗਿਆ ਹੋਵੇਗਾ। ਉਹ ਇਸ ਗੱਲ ਤੋਂ ਬਹੁਤ ਦੁਖੀ ਸਨ ਕਿ ਉਹ ਮਰਨ ਤੋਂ ਪਹਿਲਾਂ ਆਪਣੇ ਚੇਲੇ ਨੂੰ ਆਖਰੀ ਵਾਰ ਦੇਖ ਨਾ ਸਕੇ। ਗੁਰੂ ਜੀ ਬੈਠੇ ਇਹ ਸਭ ਸੋਚ ਹੀ ਰਹੇ ਸਨ ਕਿ ਉਹਨਾਂ ਨੂੰ ਦੂਰੋਂ ਇੱਕ ਇਨਸਾਨ ਆਉਂਦਾ ਹੋਇਆ ਦਿਖਾਈ ਦਿੱਤਾ। ਉਹਨਾਂ ਨੇ ਧਿਆਨ ਨਾਲ ਦੇਖਿਆ ਤਾਂ ਹੈਰਾਨ ਰਹਿ ਗਏ ਕਿ ਇਹ ਤਾਂ ਉਹਨਾਂ ਦਾ ਚੇਲਾ ਹੈ। ਗੁਰੂ ਨੇ ਭੱਜ ਕੇ ਚੇਲੇ ਨੂੰ ਆਪਣੇ ਗਲ ਨਾਲ ਲਾ ਲਿਆ, ਪਰ ਉਹ ਇਸ ਗੱਲ ਤੋਂ ਵੀ ਹੈਰਾਨ ਸਨ ਕਿ 8 ਦਿਨ ਲੰਘ ਜਾਣ ਤੋਂ ਬਾਅਦ ਵੀ ਉਹ ਚੇਲਾ ਜਿਉਂਦਾ ਕਿਵੇਂ ਹੈ। ਗੁਰੂ ਨੇ ਚੇਲੇ ਨੂੰ ਕਿਹਾ, ਇੱਥੋਂ ਜਾਣ ਤੋਂ ਬਾਅਦ ਤੂੰ ਜੋ ਕੁਝ ਵੀ ਕੀਤਾ ਹੈ ਮੈਨੂੰ ਦੱਸ। ਤਾਂ ਚੇਲੇ ਨੇ ਕੀੜੀਆਂ ਵਾਲੀ ਕਹਾਣੀ ਗੁਰੂ ਨੂੰ ਸੁਣਾਈ। ਕਹਾਣੀ ਸੁਣਦੇ ਹੀ ਗੁਰੂ ਨੂੰ ਇਹ ਸਮਝਣ ਵਿੱਚ ਦੇਰ ਨਾ ਲੱਗੀ ਕਿ ਚੇਲੇ ਨੇ ਲੱਖਾਂ ਕੀੜੀਆਂ ਦੀ ਜਾਨ ਬਚਾਈ ਸੀ ਅਤੇ ਉਸ ਦੇ ਇਸੇ ਕਰਮ ਦੀ ਵਜ੍ਹਾ ਕਰਕੇ ਹੀ ਚੇਲੇ ਨੂੰ ਇੱਕ ਲੰਬਾ ਅਤੇ ਖੁਸ਼ਹਾਲੀ ਭਰਿਆ ਜੀਵਨ ਪ੍ਰਾਪਤ ਹੋਇਆ ਹੈ। ਕਹਾਣੀ ਸੁਣਨ ਤੋਂ ਬਾਅਦ ਗੁਰੂ ਦੇ ਮੂੰਹੋਂ ਸਹਿਜੇ ਹੀ ਨਿਕਲ ਗਿਆ ਕਿ ਸਾਡੇ ਕਰਮ ਵਾਪਸ ਮੁੜ ਕੇ ਜ਼ਰੂਰ ਆਉਂਦੇ ਹਨ। ਚੇਲੇ ਨੂੰ ਗੁਰੂ ਦੀ ਇਸ ਗੱਲ ਦਾ ਮਤਲਬ ਸਮਝ ਨਹੀਂ ਆਇਆ, ਪਰ ਉਸਨੇ ਪੁੱਛਿਆ ਵੀ ਨਹੀਂ ਅਤੇ ਚੁੱਪਚਾਪ ਆਪਣੇ ਆਸ਼ਰਮ ਦੇ ਕੰਮਾਂ ਵਿੱਚ ਲੱਗ ਗਿਆ। ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਦੇਖੀਏ ਤਾਂ ਇਸ ਨੂੰ ਖੁਸ਼ੀ-ਖੁਸ਼ੀ ਜਿਉਣ ਦਾ ਸਭ ਤੋਂ ਆਸਾਨ ਤਰੀਕਾ ਹੈ
ਕਿ ਅਸੀਂ ਚੰਗੇ ਕੰਮ ਕਰਦੇ ਰਹੀਏ। ਇਸ ਕਹਾਣੀ ਦੇ ਵਾਂਗੂ ਇਹ ਜ਼ਰੂਰੀ ਨਹੀਂ ਕਿ ਚੰਗੇ ਕਰਮ ਸਾਡੀ ਉਮਰ ਨੂੰ ਲੰਬਾ ਹੀ ਕਰਨਗੇ, ਪਰ ਇਸ ਗੱਲ ਦੀ ਗਾਰੰਟੀ ਹੈ ਕਿ ਚੰਗੇ ਕਰਮ ਸਾਡੀ ਜ਼ਿੰਦਗੀ ਵਿੱਚ ਆਉਣ ਵਾਲੇ ਦੁੱਖਾਂ ਅਤੇ ਪਰੇਸ਼ਾਨੀਆਂ ਨੂੰ ਘੱਟ ਜ਼ਰੂਰ ਕਰ ਦੇਣਗੇ। ਕਰਮਾਂ ਦਾ ਇੱਕ ਬਹੁਤ ਹੀ ਸਧਾਰਨ ਸਿਧਾਂਤ ਹੈ ਕਿ ਅਸੀਂ ਜੋ ਕੁਝ ਵੀ ਕਰਦੇ ਹਾਂ ਉਸ ਦਾ ਕਈ ਗੁਣਾ ਮੁੜ ਕੇ ਸਾਡੇ ਕੋਲ ਹੀ ਆਉਂਦਾ ਹੈ। ਫਿਰ ਭਾਵੇਂ ਉਹ ਚੰਗੇ ਕਰਮ ਹੋਣ ਜਾਂ ਬੁਰੇ, ਦੋਵੇਂ ਹੀ ਕਈ ਗੁਣਾ ਹੋ ਕੇ ਸਾਡੇ ਕੋਲ ਆਉਂਦੇ ਹਨ। ਚੰਗੇ ਕਰਮ ਕਰਨ ਲਈ ਇਹ ਜ਼ਰੂਰੀ ਨਹੀਂ ਕਿ ਸਾਡੇ ਕੋਲ ਪੈਸਾ ਹੀ ਹੋਣਾ ਚਾਹੀਦਾ ਹੈ, ਅਤੇ ਨਾ ਹੀ ਕਿਸੇ ਦੀ ਜਾਨ ਬਚਾਉਣਾ ਹੀ ਚੰਗਾ ਕਰਮ ਕਹਾਉਂਦਾ ਹੈ। ਕਿਸੇ ਦੁਖੀ ਇਨਸਾਨ ਨੂੰ ਹੌਸਲਾ ਦੇਣਾ ਵੀ ਚੰਗਾ ਕਰਮ ਹੈ। ਕਿਸੇ ਲੋੜਵੰਦ ਦੀ ਮਦਦ ਕਰਨਾ ਵੀ ਚੰਗਾ ਕਰਮ ਹੈ। ਕੁੱਲ ਮਿਲਾ ਕੇ ਜੇ ਅਸੀਂ ਕਿਸੇ ਵੀ ਤਰੀਕੇ ਨਾਲ ਕਿਸੇ ਦੇ ਦੁੱਖ ਨੂੰ ਘੱਟ ਕਰ ਸਕੀਏ ਤਾਂ ਉਹ ਇੱਕ ਚੰਗਾ ਕਰਮ ਹੈ। ਅਤੇ ਜਿਵੇਂ ਸਾਨੂੰ ਗਲਤ ਕਰਨ ਨਾਲ ਬੁਰਾ ਲੱਗਦਾ ਹੈ ਤੇ ਦੁੱਖ ਵੀ ਹੁੰਦਾ ਹੈ, ਠੀਕ ਉਸੇ ਤਰ੍ਹਾਂ ਚੰਗਾ ਕਰਮ ਕਰਨ ਨਾਲ ਸਾਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਅੱਜ ਤੋਂ ਹੀ ਦੂਜਿਆਂ ਦੇ ਦੁੱਖ ਦਰਦ ਨੂੰ ਘੱਟ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦੇਣੀ ਚਾਹੀਦੀ ਹੈ, ਅਤੇ ਅਸੀਂ ਦੇਖਾਂਗੇ ਕਿ ਸਾਡਾ ਜੀਵਨ ਆਪਣੇ ਆਪ ਹੀ ਖੁਸ਼ੀਆਂ ਨਾਲ ਭਰ ਜਾਵੇਗਾ।